Hello dear students, welcome to my channel Education Simplified by OCDC. This is ਵਿਨੋਦ ਕੁਮਾਰ ਗਰਗ। ਸੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਵੈਟਰਨਰੀ ਇੰਸਪੈਕਟਰ ਦੀਆਂ ਪੋਸਟਾਂ ਦਾ ਜੋ ਨੋਟੀਫਿਕੇਸ਼ਨ ਹੈ ਉਹ ਜਾਰੀ ਹੋ ਚੁੱਕਿਆ ਹੈ। ਸੋ ਵੈਟਰਨਰੀ ਇੰਸਪੈਕਟਰ ਦੀ ਤਿਆਰੀ ਦੇ ਲਈ ਅਗਰ ਤੁਸੀਂ ਮੇਰੇ ਨੋਟਸ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਮੇਰੇ ਨੰਬਰ 9876371788 ਤੇ ਕੰਟੈਕਟ ਕਰ ਸਕਦੇ ਹੋ ਤੇ ਵੈਟਰਨਰੀ ਇੰਸਪੈਕਟਰ ਨਾਲ ਸੰਬੰਧਿਤ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ। ਸੋ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ 20 ਬਹੁਤ ਹੀ ਮਹੱਤਵਪੂਰਨ ਪੁਆਇੰਟਸ ਜਿਹਦੇ ਕੁਐਸਚਨ ਤੁਹਾਡੇ ਐਗਜ਼ਾਮ ਦੇ ਵਿੱਚ ਆਉਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ। ਸੋ ਉਹ ਕੁਐਸਚਨ ਨੇ ਨੰਬਰ 1 ਰਿਊਮੀਨੈਂਟਸ ਕੀ ਹੁੰਦੇ ਨੇ ਤਾਂ ਐਨੀਮਲਸ ਵਿਦ ਕੰਪਲੈਕਸ ਸਟਮਕ ਆਫ 4 ਚੈਂਬਰ। ਜਿਹੜੇ ਐਨੀਮਲ ਜਿਵੇਂ ਕਿ ਕਾਓ ਹੋ ਗਈ, ਬਫੈਲੋ ਹੋ ਗਈ ਤਾਂ ਇਹਨਾਂ ਦਾ ਜਿਹੜਾ ਸਟਮਕ ਹੁੰਦਾ ਉਹਦੇ 4 ਚੈਂਬਰ ਹੁੰਦੇ ਨੇ ਤੇ ਉਹਨਾਂ ਵਿੱਚੋਂ ਇੱਕ ਚੈਂਬਰ ਦਾ ਨਾਮ ਰਿਊਮਨ ਵੀ ਹੁੰਦਾ ਹੈ। ਸੋ ਇਸ ਕਰਕੇ ਇਸ ਨੂੰ ਰਿਊਮੀਨੈਂਟ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜੇ ਐਨੀਮਲ ਦੇ ਵਿੱਚ ਸਟਮਕ ਦਾ ਸਿਰਫ ਇੱਕ ਹੀ ਕੰਪਾਰਟਮੈਂਟ ਇੱਕੋ ਹੀ ਪਾਰਟ ਹੁੰਦਾ ਹੈ ਤਾਂ ਉਸ ਨੂੰ ਆਪਾਂ ਨੌਨ ਰਿਊਮੀਨੈਂਟਸ ਕਹਿੰਦੇ ਹਾਂ। ਸੋ ਤੀਸਰਾ ਪੁਆਇੰਟ ਆਪਣਾ ਪੋਲਟਰੀ ਦੀ ਡੈਫੀਨੇਸ਼ਨ ਕੀ ਹੈ? ਆਲ ਫਾਰਮਸ ਆਫ ਡੋਮੈਸਟੀਕੇਟਡ ਬਰਡਸ ਇਨਕਲੂਡਿੰਗ ਪੀ ਫਾਊਲ, ਪਿਜਨ, ਗੀਸ ਐਂਡ ਆਸਟ੍ਰਿਚ। ਇਹ ਚਾਰੇ ਬਰਡ ਜਿਹੜੇ ਹੈਗੇ ਨੇ ਇਹ ਚਾਰਾਂ ਨੂੰ ਹੀ ਆਪਾਂ ਅਗਰ ਪਾਲਦੇ ਹਾਂ, ਰੇਅਰ ਕਰਦੇ ਹਾਂ ਤਾਂ ਉਸਨੂੰ ਪੋਲਟਰੀ ਕਿਹਾ ਜਾਂਦਾ ਹੈ। ਜਨਰਲੀ ਬੱਚਿਆਂ ਨੂੰ ਲੱਗਦਾ ਕਿ ਪੋਲਟਰੀ ਤੋਂ ਭਾਵ ਸਿਰਫ ਮੁਰਗੀ ਹੀ ਪਾਲਣ ਤੋਂ ਹੈ, ਨਹੀਂ, ਪਰ ਐਸਾ ਨਹੀਂ ਹੈ। ਇਸ ਤੋਂ ਇਲਾਵਾ ਜਿਹੜੇ ਬਾਕੀ ਜਿਹੜੇ ਪੰਛੀ ਹੈਗੇ ਜਿਵੇਂ ਕਿ ਪਿਜਨ ਹੈ, ਗੀਜ਼ ਹੈ, ਆਸਟ੍ਰਿਚ ਹੈ ਤਾਂ ਉਹਨੂੰ ਪਾਲਣਾ ਵੀ ਪੋਲਟਰੀ ਦੇ ਅੰਡਰ ਆਉਂਦਾ ਹੈ। ਓਕੇ, ਫਿਰ ਹੈ ਨੌਨ ਰਿਊਮੀਨੈਂਟ ਹਰਬੀਵੋਰਸ। ਇਹ 'ਚ ਆ ਗਿਆ ਰੈਬਿਟ, ਗੁਨੀਆ ਪਿਗ। ਉਸ ਤੋਂ ਇਲਾਵਾ ਲਾਰਜ ਫਾਰਮ ਐਨੀਮਲਸ ਮਤਲਬ ਜਿਹੜੇ ਖੇਤਾਂ ਦੇ ਵਿੱਚ ਯੂਜ਼ ਹੁੰਦੇ ਨੇ। ਫਿਰ ਕੈਮਲ, ਹਾਰਸ, ਡੰਕੀ, ਇਹ ਸਾਰੇ ਜਿਹੜੇ ਹੈਗੇ ਨੇ ਪਲਾਂਟ ਈਟਰ ਨੇ ਤਾਂ ਪਲਾਂਟ ਜਾਂ ਪਲਾਂਟ ਦੇ ਪਾਰਟਸ ਨੂੰ ਖਾਣ ਵਾਲੇ ਐਨੀਮਲਸ ਨੂੰ ਆਪਾਂ ਨੌਨ ਰਿਊਮੀਨੈਂਟ ਹਰਬੀਵੋਰਸ ਕਹਿੰਦੇ ਆ। ਇਹ ਮਤਲਬ ਹਰਾ ਨਹੀਂ ਖਾਂਦੇ, ਠੀਕ ਹੈ, ਇਹ ਖਾਂਦੇ ਨੇ ਪਲਾਂਟ ਦੇ ਪੱਤੇ ਵਗੈਰਾ ਜਾਂ ਸਟੈਮ ਵਗੈਰਾ, ਬ੍ਰਾਂਚਸ ਜਿਹੜੀਆਂ ਹੁੰਦੀਆਂ ਟਾਹਣੀਆਂ ਤਾਂ ਉਹਨਾਂ ਚੀਜ਼ਾਂ ਨੂੰ ਖਾਂਦੇ ਨੇ ਤਾਂ ਉਹਨੂੰ ਬੋਲਾਂਗੇ ਆਪਾਂ ਨੌਨ ਰਿਊਮੀਨੈਂਟ ਹਰਬੀਵੋਰਸ। ਫਿਰ ਆਉਂਦਾ ਲਾਈਵ ਸਟਾਕ ਮੈਨੇਜਮੈਂਟ ਤੋਂ ਕੀ ਭਾਵ ਹੈ? ਤਾਂ ਲਾਈਵ ਸਟਾਕ ਹੁੰਦਾ ਬੇਸਿਕਲੀ ਕਿ ਤੁਹਾਡੇ ਕੋਲ ਕਿੰਨੇ ਐਨੀਮਲ ਨੇ, ਕਿਸੇ ਵੀ ਤਰ੍ਹਾਂ ਦੇ ਐਨੀਮਲ ਹੋਣ, ਉਹ ਲਿਵਿੰਗ ਉਹਦਾ ਕਿੰਨਾ ਨੰਬਰ ਹੈ ਤਾਂ ਉਹਨੂੰ ਆਪਾਂ ਲਾਈਵ ਸਟਾਕ ਬੋਲਦੇ ਹਾਂ। ਠੀਕ ਹੈ, ਮੰਨ ਲਓ ਕਿਸੇ ਕੋਲ 4 ਬਫੈਲੋਜ਼ ਨੇ, 2 ਕਾਓ ਨੇ ਤਾਂ 6 ਉਹਦਾ ਲਾਈਵ ਸਟਾਕ ਹੋ ਗਿਆ। ਸੋ ਲਾਈਵ ਸਟਾਕ ਮੈਨੇਜਮੈਂਟ ਵਿੱਚ ਹੁੰਦਾ ਕੀ ਹੈ? ਇਟ ਇਨਵੋਲਵਸ ਮੈਨੇਜਿੰਗ ਫਾਰਮ ਐਨੀਮਲਸ ਮਤਲਬ ਖੇਤ ਵਾਲੇ ਐਨੀਮਲ ਜਾਨਵਰ ਐਂਡ ਸੁਪਰਵਾਈਜ਼ਿੰਗ ਦਾ ਫਾਰਮ ਵਰਕਰਸ ਮਤਲਬ ਖੇਤ ਵਿੱਚ ਕੰਮ ਕਰਨ ਵਾਲੇ ਜਿਹੜੇ ਵੀ ਲੇਬਰਰ ਨੇ, ਜਿਹੜੇ ਮਜ਼ਦੂਰ ਨੇ, ਉਹਨਾਂ ਨੂੰ ਸੁਪਰਵਾਈਜ਼ ਕਰਨਾ। ਇਹ ਸਾਰਾ ਜੋ ਹੈ ਲਾਈਵ ਸਟਾਕ ਮੈਨੇਜਮੈਂਟ ਦੇ ਅੰਡਰ ਆਉਂਦਾ ਹੈ। ਨੈਕਸਟ ਹੈ ਲਾਈਵ ਸਟਾਕ ਪਲੇ ਸਿਗਨੀਫਿਕੈਂਟ ਰੋਲ ਇਨ ਦਾ ਰੂਰਲ ਲਾਈਵਲੀਹੁੱਡ ਐਂਡ ਇਕੋਨਮੀਜ਼ ਆਫ ਦਾ ਡਿਵੈਲਪਿੰਗ ਕੰਟਰੀ। ਸੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇੰਡੀਆ ਜੋ ਹੈ ਉਹ ਡਿਵੈਲਪਿੰਗ ਕੰਟਰੀ ਹੈ ਤਾਂ ਡਿਵੈਲਪਿੰਗ ਕੰਟਰੀ ਮਤਲਬ ਵਿਕਾਸਸ਼ੀਲ ਜੋ ਦੇਸ਼ ਜੋ ਕੰਟਰੀਜ਼ ਹੁੰਦੀਆਂ ਨੇ, ਜੋ ਦੇਸ਼ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਜਿਹੜੇ ਰੂਰਲ ਮਤਲਬ ਜਿਹੜੇ ਵਿਲੇਜਰ ਨੇ, ਪੇਂਡੂ ਖੇਤਰਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਤਾਂ ਉਹਨਾਂ ਦੀ ਜਿਹੜੀ ਰੁਜ਼ਗਾਰ ਦਾ ਸਾਧਨ ਹੈ ਉਹ ਲਾਈਵ ਸਟਾਕ ਹੈ। ਠੀਕ ਹੈ, ਇਸ ਤੋਂ ਇਲਾਵਾ ਹੈ ਦੇਅਰ ਆਰ 3 ਟਾਈਪਸ ਆਫ ਲਾਈਵ ਸਟਾਕ ਮੈਨੇਜਮੈਂਟ। ਪਹਿਲਾ ਆਉਂਦਾ ਮਿਕਸ ਪ੍ਰੋਡਕਸ਼ਨ, ਦੂਸਰਾ ਆਉਂਦਾ ਇੰਟੈਂਸਿਵ ਫਾਰਮਿੰਗ ਅਤੇ ਤੀਸਰਾ ਆਉਂਦਾ ਹੈ ਐਕਸਟੈਂਸਿਵ ਪ੍ਰੋਡਕਸ਼ਨ ਸਿਸਟਮ। ਤਾਂ ਇਹ ਕੀ ਨੇ? 3 ਟਾਈਪਸ ਨੇ ਲਾਈਵ ਸਟਾਕ ਮੈਨੇਜਮੈਂਟ ਕਰਨ ਦੀਆਂ। ਠੀਕ ਹੈ ਜੀ, ਪਹਿਲਾ ਆ ਗਿਆ ਮਿਕਸ ਪ੍ਰੋਡਕਸ਼ਨ, ਦੂਸਰਾ ਆ ਗਿਆ ਇੰਟੈਂਸਿਵ ਫਾਰਮਿੰਗ ਅਤੇ ਤੀਸਰਾ ਆ ਗਿਆ ਐਕਸਟੈਂਸਿਵ ਪ੍ਰੋਡਕਸ਼ਨ ਸਿਸਟਮ। ਫਿਰ 8ਵਾਂ ਪੁਆਇੰਟ ਆਪਣਾ ਡਰੌਟ ਕੈਟਲ ਕੀ ਹੁੰਦੇ ਨੇ? ਇਹ ਹੈਗਾ ਯੂਜ਼ਡ ਐਜ਼ ਲੇਬਰਰਸ ਫॉर ਐਗਰੀਕਲਚਰਲ ਵਰਕਸ। ਖੇਤਾਂ ਦੇ ਵਿੱਚ ਟਰਾਂਸਪੋਰਟੇਸ਼ਨ ਮਤਲਬ ਢੋਆ ਢੁਆਈ ਦਾ ਕੰਮ ਲੈਣ ਦੇ ਲਈ ਵਰਤੇ ਜਾਂਦੇ ਜਿਹੜੇ ਐਨੀਮਲਸ ਨੇ, ਜਾਂ ਫਿਰ ਟਿਲਿੰਗ ਦੇ ਲਈ, ਇਰੀਗੇਸ਼ਨ ਜਾਣੀ ਕਿ ਸਿੰਚਾਈ ਕਰਨ ਦੇ ਲਈ, ਜਾਂ ਫਿਰ ਕਾਰਟਿੰਗ ਮਤਲਬ ਇੱਕ ਥਾਂ ਤੋਂ ਦੂਜੀ ਥਾਂ ਕਿਸੇ ਵਸਤੂ ਨੂੰ ਲਿਜਾਣ ਦੇ ਲਈ ਜਿਹੜੇ ਐਨੀਮਲ ਵਰਤੇ ਜਾਂਦੇ ਨੇ ਤਾਂ ਉਸ ਨੂੰ ਆਪਾਂ ਡਰੌਟ ਕੈਟਲ ਜਾਂ ਡਰੌਟ ਐਨੀਮਲ ਕਹਿੰਦੇ ਹਾਂ। ਨੈਕਸਟ ਕੁਐਸਚਨ ਆ ਸਕਦਾ ਕਿ ਐਨੀਮਲ ਹਸਬੈਂਡਰੀ ਤੋਂ ਕੀ ਭਾਵ ਹੈ? ਤਾਂ ਇਸ 'ਚ ਆਪਾਂ ਕਹਾਂਗੇ ਲਾਈਵ ਸਟਾਕ ਰੇਜ਼ਿੰਗ ਮਤਲਬ ਲਾਈਵ ਸਟਾਕ ਨੂੰ ਪਾਲਣਾ, ਹੈ ਨਾ। ਕਿਸੇ ਵੀ ਜਿਵੇਂ ਆਪਾਂ ਬਫੈਲੋ ਘਰਾਂ ਦੇ ਵਿੱਚ ਪਾਲਦੇ ਹਾਂ ਜਾਂ ਫਿਰ ਉਸ ਤੋਂ ਇਲਾਵਾ ਕਾਓ ਹੈ, ਠੀਕ ਹੈ, ਜਾਂ ਫਿਰ ਡੌਗ ਹੈ ਤਾਂ ਜੋ ਵੀ ਲਾਈਵ ਸਟਾਕ ਹੈ ਜਿਸ ਨੂੰ ਰੇਅਰ ਕੀਤਾ ਜਾਂਦਾ ਹੈ, ਰੇਜ਼ ਕੀਤਾ ਜਾਂਦਾ ਹੈ ਤਾਂ ਉਸਦੀ ਸਿਲੈਕਟਿਵ ਬਰੀਡਿੰਗ ਕਰਾਈ ਜਾਂਦੀ ਤਾਂ ਕਿ ਹੋਰ ਵੀ ਵਧੀਆ ਸਪੀਸੀਜ਼ ਬਣਾਈ ਜਾ ਸਕੇ ਕਿਸੇ ਵੀ ਐਨੀਮਲ ਦੀ, ਤਾਂ ਉਸ ਨੂੰ ਐਨੀਮਲ ਹਸਬੈਂਡਰੀ ਕਿਹਾ ਜਾਂਦਾ ਹੈ। ਫਿਰ ਹੈ ਇੰਡੀਆ ਇਜ਼ ਦਾ ਹਾਈਐਸਟ ਲਾਈਵ ਸਟਾਕ ਓਨਰ ਆਫ ਦਾ ਵਰਲਡ। ਪੂਰੇ ਸੰਸਾਰ ਵਿੱਚ ਟੋਟਲ ਜਿੰਨੀਆਂ ਵੀ ਕੰਟਰੀਜ਼ ਨੇ ਸਭ ਤੋਂ ਵੱਧ ਲਾਈਵ ਸਟਾਕ ਇੰਡੀਆ ਕੋਲ ਹੈ।
फिर है ऑपरेशन फ्लड, इट वॉज लॉन्च्ड इन 1970। इट हेल्प्ड डेयरी फार्मर्स डायरैक्ट देयर ओन डिवेलपमेंट, इनक्रीज मिल्क प्रोडक्शन। ठीक है, मतलब ਜਿਹੜੇ ਵੀ ਡੇਅਰੀ ਫਾਰਮਰ ਦਾ ਕੰਮ ਕਰਨ ਵਾਲੇ ਨੇ ਉਹ ਮਿਲਕ ਪ੍ਰੋਡਕਸ਼ਨ ਨੂੰ ਵਧਾ ਸਕਣ ਤਾਂ ਉਹਨਾਂ ਦੀ ਇੱਕ ਤਰ੍ਹਾਂ ਦੀ ਹੈਲਪ ਕੀਤੀ ਗਈ ਸੀ ਇਸ ਆਪਰੇਸ਼ਨ ਦੇ ਤਹਿਤ, ਤੇ ਇਸ ਦਾ ਨਾਮ ਹੈ ਆਪਰੇਸ਼ਨ ਫਲੱਡ, ਮਤਲਬ ਇਹ ਮਿਲਕ ਦੇ ਨਾਲ ਸੰਬੰਧ ਰੱਖਦਾ ਹੈ। ਨੈਕਸਟ ਹੈ ਲਾਈਵ ਸਟਾਕ ਪ੍ਰੋਡਕਟੀਵਿਟੀ ਹੈਜ਼ ਬੀਨ ਆਈਡੈਂਟੀਫਾਈਡ ਐਜ਼ ਵਨ ਆਫ ਦਾ 7 ਸੋਰਸਿਸ ਆਫ ਇਨਕਮ ਗਰੋਥ ਬਾਏ ਇੰਟਰ ਮਿਨਿਸਟਰੀਅਲ ਕਮੇਟੀ। ਤਾਂ ਮਿਨਿਸਟਰਸ ਦੀ ਕਮੇਟੀ ਜਿਨ੍ਹਾਂ ਨੇ ਇੱਕ ਬੀੜਾ ਚੁੱਕਿਆ ਹੈ ਕਿ ਜੋ ਕਿਸਾਨ ਭਰਾ ਨੇ ਉਹਨਾਂ ਦੀ ਇਨਕਮ 2022 ਤੱਕ ਡਬਲ ਕਰਨੀ ਹੈ, ਤਾਂ ਉਹ ਡਬਲ ਇਨਕਮ ਕਰਨ ਦੇ ਲਈ ਜਿਹੜੇ 7 ਇਨਕਮ ਦੇ ਸੋਰਸ ਡਿਸਾਈਡ ਕੀਤੇ ਗਏ ਨੇ ਉਹਨਾਂ ਦੇ ਵਿੱਚ ਇੱਕ ਸਟਾਕ ਜੋ ਲਾਈਵ ਸਟਾਕ ਪ੍ਰੋਡਕਟੀਵਿਟੀ ਹੈ ਉਹ ਵੀ ਇੱਕ ਸੋਰਸ ਹੈ। ਠੀਕ ਹੈ ਜੀ, ਵਨ ਆਫ ਦਾ 7 ਸੋਰਸਿਸ ਆਫ ਇਨਕਮ ਗਰੋਥ ਆਫ ਦਾ ਫਾਰਮਰਸ। ਨੈਕਸਟ ਹੈ AHIDF ਤੋਂ ਕੀ ਭਾਵ ਹੈ, ਤਾਂ ਇੱਥੇ AHIDF ਤੋਂ ਭਾਵ ਹੈ ਐਨੀਮਲ ਹਸਬੈਂਡਰੀ ਇਨਫਰਾਸਟਰਕਚਰ ਡਿਵੈਲਪਮੈਂਟ ਫੰਡ। ਠੀਕ ਹੈ, ਮਤਲਬ ਐਨੀਮਲਸ ਨੂੰ ਜਾਂ ਐਨੀਮਲ ਹਸਬੈਂਡਰੀ ਨੂੰ ਉਤਸ਼ਾਹਿਤ ਕਰਨ ਦੇ ਲਈ ਜੋ ਫੰਡ ਰੇਜ਼ ਕੀਤਾ ਜਾਂਦਾ ਹੈ, ਜੋ ਫੰਡ ਦਿੱਤਾ ਜਾਂਦਾ ਉਸ ਨੂੰ ਬੋਲਿਆ ਜਾਂਦਾ AHIDF। ਨੈਕਸਟ ਹੈ ਨੈਸ਼ਨਲ ਐਨੀਮਲ ਡਿਜ਼ੀਜ਼ ਕੰਟਰੋਲ ਪ੍ਰੋਗਰਾਮ, ਤਾਂ ਇਹ ਲਾਂਚ ਕੀਤਾ ਗਿਆ ਸੀਗਾ ਫॉर ਦਾ ਫੁੱਟ ਐਂਡ ਮਾਊਥ ਡਿਜ਼ੀਜ਼ FMD ਐਂਡ ਬਰੂਸੈਲੋਸਿਸ ਟੂ ਐਨਸ਼ੋਰ 100% ਵੈਕਸੀਨੇਸ਼ਨ ਆਫ ਦਾ ਕੈਟਲ ਲਾਈਕ ਬਫੈਲੋ, ਗੋਟ ਐਂਡ ਪਿਗ। ਤਾਂ ਇਹਨਾਂ ਸਾਰਿਆਂ ਦੀ 100% ਵੈਕਸੀਨੇਸ਼ਨ ਕਰਨ ਦੇ ਲਈ ਇਹਨਾਂ ਦੋ ਬਿਮਾਰੀਆਂ ਦੇ ਪ੍ਰਤੀ ਤਾਂ ਇੱਕ ਮਿਸ਼ਨ ਲਾਂਚ ਕੀਤਾ ਗਿਆ ਸੀ ਜਿਸ ਦਾ ਨਾਮ ਹੈ ਨੈਸ਼ਨਲ ਐਨੀਮਲ ਡਿਜ਼ੀਜ਼ ਕੰਟਰੋਲ ਪ੍ਰੋਗਰਾਮ। ਫਿਰ ਹੈ ਨੈਸ਼ਨਲ ਲਾਈਵ ਸਟਾਕ ਮਿਸ਼ਨ, ਇਟ ਵਾਜ਼ ਲਾਂਚਡ ਇਨ ਦਾ ਈਅਰ 2014 to 15। 2014-15 ਦੇ ਵਿੱਚ ਨੈਸ਼ਨਲ ਲਾਈਵ ਸਟਾਕ ਮਿਸ਼ਨ ਜੋ ਹੈ ਉਹ ਲਾਂਚ ਕੀਤਾ ਗਿਆ ਸੀ ਗੌਰਮੈਂਟ ਆਫ ਇੰਡੀਆ ਦੁਆਰਾ। ਨੈਕਸਟ ਹੈ ਐਨੀਮਲ ਰੀਅਰਿੰਗ ਇਜ਼ ਕੰਸੀਡਰਡ ਐਜ਼ ਐਸੋਸੀਏਟ ਬਿਜ਼ਨਸ ਵਿਦ ਐਗਰੀਕਲਚਰ ਐਕਟੀਵਿਟੀ, ਮਤਲਬ ਜੋ ਵੀ ਲੋਕ ਖੇਤੀ ਕਰਦੇ ਨੇ, ਜੋ ਫਾਰਮਰ ਨੇ, ਉਹ ਨਾਲ ਹੀ ਲਾਈਵ ਸਟਾਕ ਜਾਂ ਐਨੀਮਲ ਬਰੀਡਿੰਗ ਮਤਲਬ ਐਨੀਮਲ ਰੀਅਰਿੰਗ ਵੀ ਕਰਦੇ ਨੇ। ਮਤਲਬ ਜੋ ਵੀ ਐਨੀਮਲ ਪਾਲਣ ਦੀ ਜੋ ਪ੍ਰੋਸੈਸ ਹੈ ਉਹ ਖੇਤੀ ਦੇ ਨਾਲ ਜੁੜੀ ਹੋਈ ਪ੍ਰੋਸੈਸ ਹੈ, ਅਤੇ ਆਪਾਂ ਨੂੰ ਇੰਟੀਗ੍ਰੇਟ ਫਾਰਮਿੰਗ ਵੀ ਕਹਿ ਸਕਦੇ ਹਾਂ। ਨੈਕਸਟ ਹੈ ਐਨੀਮਲ ਪ੍ਰੋਡਕਸ਼ਨ ਸਿਸਟਮ ਇਨ ਇੰਡੀਆ is principally the part of mixed crop livestock farming system, okay, and important for the security and survival of large number of poor population। मतलब ਭਾਰਤ ਦੀ ਜਿੰਨੀ ਵੀ ਪੋਪੂਲੇਸ਼ਨ ਹੈ ਉਹ ਮੈਕਸੀਮਮ ਇਸ ਖਿੱਤੇ ਦੇ ਉੱਪਰ ਡਿਪੈਂਡ ਕਰਦੀ ਹੈ। ਠੀਕ ਹੈ, ਕਿ ਉਹ ਮਤਲਬ ਜਿਹੜੇ ਆਪਾਂ ਐਨੀਮਲ ਫਾਰਮਿੰਗ ਦੀ ਗੱਲ ਕਰਦੇ ਹਾਂ ਉਸ ਦੇ ਉੱਪਰ ਉਹਦੀ ਸਰਵਾਈਵਲ ਹੈ, ਉਸ ਦੇ ਉੱਪਰ ਹੀ ਉਹਦੀ ਸਿਕਿਉਰਿਟੀ ਹੈ ਜਿੰਨੀ ਵੀ ਪੋਪੂਲੇਸ਼ਨ ਪੂਅਰ ਪੋਪੂਲੇਸ਼ਨ ਹੈ ਆਪਣੀ ਇੰਡੀਆ ਦੀ। ਨੈਕਸਟ ਹੈ ਹਿਊਮਨ depend upon animals for income, employment, food, social security, fuel and cultural aspect। मतलब जो ह्यूमन है वो एनिमल के उपर किस तरह ਨਾਲ निर्भर है, तो सब तो पहला है इनकम के लिए। ठीक है, फिर एम्पलॉयमेंट के लिए क्योंकि बहुत सारे लोगों को रोज़गार मिलता है पशु पालन के विच। इस तो इलावा फूड मिलता है अपन एनीमल्स तो, सोशल सिक्योरिटी मिलती है क्योंकि अपन एक तरह की इनकम जनरेट होती है, तो उस इनकम के नाल समाज ਦੇ ਵਿੱਚ ਕਿਤੇ ਨਾ ਕਿਤੇ ਸੁਰੱਖਿਆ ਜਿਹੜੀ ਹੈਗੀ ਉਹ ਮਿਲਦੀ ਹੈ। ਅਤੇ ਇਸ ਤੋਂ ਇਲਾਵਾ ਬਾਲਣ ਜਿਵੇਂ ਕੌਰ ਡੰਗ ਵਗੈਰਾ ਹੁੰਦਾ ਉਸ ਤੋਂ ਗੈਸ ਬਣਦੀ ਹੈ ਮੀਥੇਨ LPG। ਠੀਕ ਹੈ, ਅਤੇ ਨਾਲ ਹੀ ਕਲਚਰਲ ਆਸਪੈਕਟ ਮਤਲਬ ਆਪਣੀ ਸੱਭਿਅਤਾ ਦਾ ਪਾਰਟ ਹੈ ਪਸ਼ੂਆਂ ਨੂੰ ਪਾਲਣਾ। ਇਸ ਤੋਂ ਇਲਾਵਾ ਆਉਂਦਾ ਐਨੀਮਲ ਹਸਬੈਂਡਰੀ ਸਟਾਰਟਅਪ ਗ੍ਰੈਂਡ ਚੈਲੰਜ, ਇਹ ਇੱਕ ਇਨੀਸ਼ੀਏਟਿਵ ਹੈ ਟੂ ਐਪਰੀਸ਼ੀਏਟ ਦਾ ਇਨੋਵੇਸ਼ਨ ਕਮਿੰਗ ਫਰੋਮ ਦਾ ਵਿਲੇਜਸ ਟੂ ਐਕਸਪੈਂਡ ਡੇਅਰੀ ਸੈਕਟਰ ਇਨ ਇੰਡੀਆ। ਤਾਂ ਅਗਰ ਪਿੰਡਾਂ ਦੇ ਜਿਹੜੇ ਆਪਣੇ ਫਾਰਮਰ ਨੇ ਜਾਂ ਜਿਹੜੇ ਵੀ ਮਿਲਕ ਪ੍ਰੋਡਕਸ਼ਨ ਦਾ ਕੰਮ ਕਰਦੇ ਨੇ, ਅਗਰ ਉਹ ਕੋਈ ਇਨੋਵੇਸ਼ਨ ਲੈ ਕੇ ਕੋਈ ਚੀਜ਼ ਲਾਂਚ ਕਰਦੇ ਨੇ, ਕੋਈ ਨਵਾਂ ਸਟਾਰਟਅਪ ਕਰਦੇ ਨੇ, ਤਾਂ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਐਨੀਮਲ ਹਸਬੈਂਡਰੀ ਸਟਾਰਟਅਪ ਗ੍ਰੈਂਡ ਚੈਲੰਜ ਨਾਮ ਦਾ ਇੱਕ ਪ੍ਰੋਗਰਾਮ ਲਾਂਚ ਕੀਤਾ ਹੈ ਸਰਕਾਰ ਨੇ। ਠੀਕ ਹੈ, ਫਿਰ ਹੈ ਕ੍ਰਾਸ ਬਰੀਡਿੰਗ ਆਫ ਇੰਡੀਜੀਨਸ ਸਪੀਸੀਜ਼। ਇੰਡੀਜੀਨਸ ਸਪੀਸੀਜ਼ ਤੋਂ ਭਾਵ ਹੁੰਦਾ ਨੇਟਿਵ ਸਪੀਸੀਜ਼ ਜਿਹੜੀ ਜਿਸ ਕੰਟਰੀ ਦੀ ਹੈ ਉੱਥੋਂ ਦੀ ਹੀ ਉਸਦਾ ਓਰੀਜਨ ਹੋਵੇ ਤਾਂ ਉਸਨੂੰ ਇੰਡੀਜੀਨਸ ਕਿਹਾ ਜਾਂਦਾ ਹੈ, ਅਤੇ ਉਹਦਾ ਕਿਸੇ ਹੋਰ ਬਾਹਰ ਦੀ ਸਪੀਸੀਜ਼ ਯਾਨੀ ਕਿ ਐਗਜ਼ੋਟਿਕ ਸਪੀਸੀਜ਼ ਦੇ ਨਾਲ ਕ੍ਰਾਸ ਕਰਵਾਉਣਾ ਉਸ ਨੂੰ ਆਪਾਂ ਕ੍ਰਾਸ ਬਰੀਡਿੰਗ ਕਹਿੰਦੇ ਹਾਂ। ਅਤੇ ਆਪਾਂ ਕਿਉਂ ਕਰਦੇ ਹਾਂ ਇਹ ਕ੍ਰਾਸ ਬਰੀਡਿੰਗ ਇਜ਼ ਡਨ ਟੂ ਐਨਹਾਂਸ ਦਾ ਜੈਨੇਟਿਕ ਪੋਟੈਂਸ਼ੀਅਲ ਆਫ ਡਿਫਰੈਂਟ ਸਪੀਸੀਜ਼। ਠੀਕ ਹੈ, ਮਤਲਬ ਦੋ ਅਲੱਗ-ਅਲੱਗ ਸਪੀਸੀਜ਼ ਦੇ ਜੈਨੇਟਿਕ ਪੋਟੈਂਸ਼ੀਅਲ ਨੂੰ ਵਧਾਉਣ ਦੇ ਲਈ ਆਪਾਂ ਉਸਦੀ ਕ੍ਰਾਸ ਬਰੀਡਿੰਗ ਕਰਾ ਕੇ ਕੋਈ ਨਵੀਂ ਸਪੀਸੀ ਬਣਾਉਂਦੇ ਹਾਂ ਜਿਸ ਵਿੱਚ ਦੋਨਾਂ ਦੇ ਹੀ ਕਰੈਕਟਰ ਜਿਹੜੇ ਹੈਗੇ ਨੇ ਉਹ ਇਕੱਠੇ ਮਿਕਸ ਹੋ ਜਾਂਦੇ ਹਨ। ਤਾਂ ਇਸ ਲਈ ਆਪਾਂ ਦੋ ਸੁਪੀਰੀਅਰ ਵਰਾਇਟੀ ਇੱਕ ਮੇਲ ਇੱਕ ਫੀਮੇਲ ਚੂਜ਼ ਕਰਦੇ ਹਾਂ, ਅਤੇ ਉਸ ਤੋਂ ਇਲਾਵਾ
ਉਹਨਾਂ ਦੀ ਫਿਰ ਕ੍ਰੋਸਿੰਗ ਕਰਵਾ ਕੇ ਨਵੀਂ ਤੀਜੀ ਜੋ ਵੈਰਾਈਟੀ ਹੈ ਉਹ ਪੈਦਾ ਕਰਦੇ ਹਾਂ। ਸੋ ਇਹ ਸਨ ਬਹੁਤ ਹੀ ਮਹੱਤਵਪੂਰਨ ਪੁਆਇੰਟ ਜਿਨ੍ਹਾਂ ਦੀ ਬਹੁਤ ਜ਼ਿਆਦਾ ਪ੍ਰੋਬੇਬਿਲਿਟੀ ਹੈ ਕਿ ਇਹਨਾਂ ਦੇ ਨਾਲ ਸੰਬੰਧਿਤ ਕੁਐਸਚਨ ਤੁਹਾਡੇ ਐਗਜ਼ਾਮ ਦੇ ਵਿੱਚ ਆ ਸਕਦੇ ਨੇ। ਸੋ ਨੋਟਸ ਤੁਸੀਂ ਪੂਰੇ ਪਰਚੇਜ਼ ਕਰਨਾ ਚਾਹੁੰਦੇ ਹੋ PDF ਦੀ ਫਾਰਮ 'ਚ ਤਾਂ 9876371788 'ਤੇ ਕੰਟੈਕਟ ਕਰ ਸਕਦੇ ਹੋ। ਤੇ ਵੀਡੀਓਜ਼ ਨੂੰ ਦੇਖਦੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਲਾਈਕ ਕਰਨਾ ਬਿਲਕੁਲ ਨਾ ਭੁੱਲੋ। ਥੈਂਕ ਯੂ, ਥੈਂਕਸ ਫॉर ਵਾਚਿੰਗ।